टॉपिक दी मेन डेरिवेशन सी जी अपने को टाइम पीरियड ऑफ सिंपल पेंडुलम उस टाइम पीरियड का फॉर्मूला आप ड्राइव किया और टाइम पीरियड का फॉर्मूला साडे कोल जर्नल आया सी 2π इंटू रूट ऑफ L/G। ਇਹਦੇ ਵਿੱਚੋਂ ਫਿਰ ਇਹਦੇ ਆਪਾਂ ਸਬ ਕੇਸ ਬਣਾਉਣੇ ਸ਼ੁਰੂ ਕੀਤੇ ਸੀਗੇ। ਸਬ ਕੇਸ ਦੇ ਵਿੱਚ ਫਰਸਟ ਕੇਸ ਇਹ ਲਿੱਤਾ ਸੀਗਾ ਕਿ ਜੇ ਪੈਂਡੂਲਮ ਦੀ ਲੈਂਥ ਮੇਰੇ ਕੋਲ ਜਿਹੜੀ ਆ ਉਹ ਇਨਫਾਈਨਾਈਟ ਹੋ ਜੇ, ਜੇ ਪੈਂਡੂਲਮ ਦੀ ਲੈਂਥ ਰੇਡੀਅਸ ਆਫ ਅਰਥ ਦੇ ਕੰਪੇरेबल ਹੋ ਜੇ ਤੇ ਉਦੋਂ ਟਾਈਮ ਪੀਰੀਅਡ ਦੀ ਵੈਲਿਊ ਕਿੰਨੀ ਕਿੰਨੀ। ਸੈਕੰਡ ਕੇਸ ਅਸੀਂ ਲਿੱਤਾ ਸੀਗਾ ਕਿ ਜੇ ਪੈਂਡੂਲਮ ਜਿਹੜੀ ਮੈਟਲ ਵਾਇਰ ਦੇ ਨਾਲ ਅਟੈਚ ਕੀਤਾ, ਜਿਹੜੀ ਆਪਾਂ ਬੌਬ ਜਿਹੜੀ ਮੈਟਲ ਵਾਇਰ ਨਾਲ ਅਟੈਚ ਕੀਤਾ ਹੋਇਆ, ਜੇ ਉਸ ਮੈਟਲ ਵਾਇਰ ਨੂੰ ਅਸੀਂ ਹੀਟ ਕਰਨਾ ਸ਼ੁਰੂ ਕਰੀਏ ਤੇ ਜਦੋਂ ਮੈਟਲ ਵਾਇਰ ਨੂੰ ਹੀਟ ਕਰਾਂਗਾ ਤੇ ਉਸ ਹੀਟ ਦੇ ਕਰਕੇ ਅਸੀਂ ਕਹਿੰਦੇ ਜੀ ਉਹਦੇ ਟਾਈਮ ਪੀਰੀਅਡ ਤੇ ਕਿਆ ਇਫੈਕਟ ਪਏਗਾ, ਕਿਉਂਕਿ ਪੈਂਡੂਲਮ ਦੀ ਲੈਂਥ ਟਾਈਮ ਪੀਰੀਅਡ ਦੇ ਐਸ ਸੱਚ ਕਹਿੰਦਾ ਜੀ ਡਾਇਰੈਕਟ ਪ੍ਰਪੋਰਸ਼ਨਲ ਆ ਤੇ ਮੈਟਲ ਵਾਇਰ ਨੂੰ ਹੀਟ ਕਰਨ ਨਾਲ ਲੈਂਥ ਅਸੀਂ ਕਹਿੰਦੇ ਜੀ ਚੇਂਜ ਹੋ ਜਾਂਦੀ। ਉਹਨੂੰ ਅਸੀਂ ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ ਜਿਹੜਾ ਕਿ ਐਲਫਾ ਦੀ ਫਾਰਮ ਚ ਡਿਫਾਈਨ ਕਰਦੇ, ਉਹਦੀ ਫਾਰਮ ਚ ਅਸੀਂ ਫਿਰ ਐਲ ਡੈਸ਼ ਨੂੰ ਕਨਵਰਟ ਕੀਤਾ ਸੀਗਾ और एल डैश ਨੂੰ ਉਹਦੀ ਫਾਰਮ ਚ ਕਨਵਰਟ ਕਰਕੇ ਆਪਾਂ ਰਿਜ਼ਲਟ ਬਣਾਇਆ ਸੀਗਾ ਟਾਈਮ ਪੀਰੀਅਡ ਦਾ ਦੁਬਾਰਾ ਤੋਂ, ਠੀਕ ਹੈ। ਔਰ ਉਹਦਾ ਆ ਮੇਰੇ ਕੋਲ ਫਾਰਮੂਲਾ ਕਹਿੰਦਾ ਜੀ ਡਰਾਈਵ ਹੋਇਆ ਸੀ, ਇਹ ਚਲਾਈ ਸੀ ਬਾਈਨੋਮੀਅਲ ਥਿਓਰਮ। ਬਾਈਨੋਮੀਅਲ ਥਿਓਰਮ ਲਗਾ ਕੇ 1/2 ਇਹਨਾਂ ਮਲਟੀਪਲਾਈ ਹੋ ਗਿਆ ਸੀ, ਅਲਟੀਮੇਟ ਸਾਡੇ ਕੋਲ ਆ ਸਟੈਪ ਬਣਿਆ ਸੀ ਤੇ ਇਹਦੀ ਹੈਲਪ ਨਾਲ ਅਸੀਂ ਪਰਸੈਂਟੇਜ ਚੇਂਜ ਇਨ ਟਾਈਮ ਪੀਰੀਅਡ ਕੱਢਿਆ ਸੀ, ਠੀਕ ਹੈ, ਕਿ ਵੀ ਕਿੰਨੇ ਪਰਸੈਂਟ ਟਾਈਮ ਪੀਰੀਅਡ ਚੇਂਜ ਹੋਏਗਾ ਜਦੋਂ ਅਸੀਂ ਮੈਟਲ ਵਾਇਰ ਨੂੰ ਜਿਹੜਾ ਉਹ ਹੀਟ ਕਰਦੇ ਆ। ਉਹ ਕਹਿੰਦਾ ਡਿਪੈਂਡ ਕਰਦਾ ਉਹਦਾ ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ ਕਿੰਨਾ ਗਿਵਨ ਆ ਤੇ ਟੈਂਪਰੇਚਰ ਦੀ ਚੇਂਜ ਕਿੰਨੀ ਗਿਵਨ ਆ, ਉਹਦੇ ਅਕੋਰਡਿੰਗਲੀ ਸਾਡੇ ਕੋਲ ਜਿਹੜਾ ਪਰਸੈਂਟੇਜ ਚੇਂਜ ਇਨ ਟਾਈਮ ਪੀਰੀਅਡ ਉਹਦੀ ਆਪਣੇ ਕੋਲ ਵੈਲਿਊ ਜਿਹੜੀ 50 ਐਲਫਾ ਡੀ ਥੀਟਾ ਦੀ ਫਾਰਮ ਚ ਆਈ ਸੀ। ਕਿਆ ਇੰਨਾ ਕਲੀਅਰ ਆ? ਯੈਸ ਸਰ। ਯੈਸ ਸਰ। ਚਲ ਇਦਾਂ ਹੀ ਹੁਣ ਇਹਦੇ ਵਿੱਚ ਨੈਕਸਟ ਇੱਕ ਕੇਸ ਲੈ ਰਹੇ ਕਿ ਜੇ ਆਪਾਂ ਪੈਂਡੂਲਮ ਵਾਇਰ ਜਿਹੜੀ ਹੈਗੀ ਆ ਉਹ ਆਪਾਂ ਕੰਸੀਡਰ ਕਰੀਏ ਕਿ ਕਿਸੇ ਜਿਸ ਮਟੀਰੀਅਲ ਤੋਂ ਬਣੀ ਆ ਉਹਦਾ ਯੰਗ ਮੋਡੂਲਸ ਮੈਨੂੰ ਪਤਾ ਹੋਵੇ। ਹੁਣ ਇਹ ਚ ਯੰਗ ਮੋਡੂਲਸ ਦੀ ਗੱਲ ਕਿਉਂ ਕਰ ਰਹੇ, ਬਲਕ ਦੀ ਕਿਉਂ ਨਹੀਂ? ਉਹਦਾ ਕਾਰਨ ਇਹ ਹੋਏਗਾ ਕਿ ਇਸ ਮੈਟਲ ਵਾਇਰ ਦੀ ਅਸੀਂ ਲੈਂਥ ਕੰਸੀਡਰ ਕਰਦੇ ਪਏ, ਇਹਦਾ ਵੋਲੀਅਮ ਕਿਤੇ ਨਹੀਂ ਕੰਸੀਡਰ ਕਰ ਰਹੇ। ਇਸ ਲਈ ਜੇ ਇਸ ਮੂਵਮੈਂਟ ਤੇ ਆ ਮੈਂ ਲੈਂਥ ਵਾਲੀ ਕੰਡੀਸ਼ਨ ਨੂੰ, ਠੀਕ ਹੈ, ਯੰਗ ਮੋਡੂਲਸ ਚ ਕਨਵਰਟ ਕਰਾਂ, ਫਿਰ ਟਾਈਮ ਪੀਰੀਅਡ ਦਾ ਕੀ ਫਾਰਮੂਲਾ ਬਣਨਾ ਉਹ ਇੱਥੇ ਆਪਾਂ ਡਰਾਈਵ ਕਰਦੇ। ਉਹ ਜੇ ਆਪਣੇ ਕੋਲ ਕੰਡੀਸ਼ਨ ਇਹ ਸੀਗੀ, if a pendulum wire is made up of material whose young modulus is y, ठीक है, यानी जे मटीरियल दा यंग मॉडुलस पता, यंग मॉडुलस दा की फार्मूला सी जी? यंग मॉडुलस दा की फार्मूला सी? सर F into delta L upon pi r square into L। बिल्कुल, ਅਸੀਂ यंग मॉडुलस ਨੂੰ डिफाइन ਕੀਤਾ ਸੀਗਾ नॉर्मल स्ट्रेस ओवर लॉन्गिट्यूडनल स्ट्रेन, ठीक है। देन इथे उसे चीज ਨੂੰ डिफाइन कर लो, यंग मॉडुलस ਦਾ ਫਾਰਮੂਲਾ ਸੀਗਾ स्ट्रेस डिफाइन करते फोर्स बाय एरिया ते नाल आंदी लॉन्गिट्यूडनल स्ट्रेन डेल्टा L बाय L। हुन ए च डेल्टा L मेरी चेंज इन लेंथ हैगी आ, ठीक है जी। एदी फॉर्म च डेल्टा L ते L दी फॉर्म च तुसी y दी वैल्यू डिफाइन कर लांगे, है ना। और इस चीज नु तुसी इथे टाइम पीरियड दी फॉर्म च कहंदा जी यूज करना। नाउ टाइम पीरियड ऑफ सिंपल पेंडुलम, time period of simple pendulum is given by time period ਦਾ ਫਾਰਮੂਲਾ ਸੀਗਾ 2π into root of L/G। ਆ ਟਾਈਮ ਪੀਰੀਅਡ ਦਾ ਫਾਰਮੂਲਾ ਵਾ। ਹੁਣ ਮੈਨੂੰ ਇੱਥੇ ਇਹ ਦੱਸੋਗੇ ਕਿ ਆਪਾਂ ਇਸ ਫਾਰਮੂਲੇ ਦੇ ਅੰਦਰ ਯੰਗ ਮੋਡੂਲਸ ਕਿਦਾਂ ਇਨਵੋਲਵ ਕਰੀਏ, ਜਲਦੀ ਜਲਦੀ। सर L ਦੇ ਥਰੂ क्या सब्स्टिट्यूट करा, बोलो जल्दी। की पुट करना, बोलूगा कोई है ना? सर यंग मॉडुलस इनटू A इनटू डेल्टा L अपॉन F। चलो कर सकते हो। इथे नालों नाल वेरिएबल बाकी भी बना दो। जेडी फोर्स आ वो इथे जेड़ा वेट होएगा ओदे तो बननी आ, यानी स्ट्रेस दे अंदर mgl ओवर एरिया नु लिखना होवे
ਤਾਂ ਵਾਇਰ ਦਾ ਏਰੀਆ ਪਾਈ ਆਰ ਸਕੁਅਰ ਆ ਜਾਊਗਾ ਇਨਟੂ ਡੈਲਟਾ ਐਲ ਤੇ ਇੱਥੋਂ ਤੁਸੀਂ ਐਸਐਚ ਐਲ ਦੀ ਵੈਲਿਊ ਜਿਹੜੀ ਆ ਉਹ ਡਿਫਾਈਨ ਕਰ ਦਿਓ ਯੰਗ ਮੋਡੂਲਸ ਦੀ ਫਾਰਮ ਚ ਠੀਕ ਹੈ here L equal to अपने को फॉर्मूला है ना y pi r square into delta L by mg ਤੇ ਇਸ ਵੈਲਿਊ ਨੂੰ ਤਾਂ ਯੂਜ਼ ਕਰ ਲਓ ਠੀਕ ਹੈ ਜੀ ਤੇ ਟਾਈਮ ਪੀਰੀਅਡ ਦਾ ਫਾਰਮੂਲਾ ਡਿਫਾਈਨ ਕਰ ਦਿਓ ਟਾਈਮ ਪੀਰੀਅਡ ਆ ਜਾਏਗਾ 2 pi into root of L ਦੀ ਥਾਂ ਤੇ y pi r square delta L by mg into g ठीक है जी इना क्लियर आ Yes, sir. Yes, sir. Yes, sir. एक सेकंड रुकियो ਆ ਇੱਕ ਚੀਜ਼ ਨਾਲ ਕੰਸੀਡਰ ਕਰਾਂਗੇ ਆਪਾਂ ਡਾਇਰੈਕਟਲੀ L ਦੀ ਥਾਂ ਤੇ ਵੈਲਿਊ ਨਹੀਂ ਪੁੱਟ ਅਪ ਕਰਾਂਗੇ ਜਦੋਂ ਸਟ੍ਰੈਸ ਐਗਜ਼ਰਟ ਹੋਈ ਆ ਤੇ ਉਹਨੇ ਸਟ੍ਰੇਨ ਬਿਲਟ ਅਪ ਕੀਤੀ ਆ ਤੇ ਜੇ ਸਟ੍ਰੇਨ ਬਿਲਟ ਅਪ ਹੋਈ ਆ ਤੇ ਇਹਦਾ ਮਤਲਬ ਇੱਥੇ L ਦੀ ਥਾਂ ਤੇ ਆਪਣੇ ਕੋਲ ਜਿਹੜੀ ਲੈਂਥ ਦੀ ਚੇਂਜ ਆਣੀ ਹੈ ਬੇਟਾ ਇਹਦਾ ਨਿਊ ਲੈਂਥ ਇਨਵੋਲਵਡ ਹੋਏਗੀ L ਡੈਸ਼ ਤੇ L ਡੈਸ਼ ਦੀ ਵੈਲਿਊ ਇੱਥੇ ਪੁੱਟ ਅਪ ਕਰਾਂਗੇ ਪਹਿਲਾਂ L ਡੈਸ਼ ਪੁੱਟ ਅਪ ਕਰ ਲੈਣੇ ਬਾਅਦ ਦੇ ਵਿੱਚ ਇਹਨੂੰ y ਦੀ ਫਾਰਮ ਚ ਕਨਵਰਟ ਕਰਦੇ L ਡੈਸ਼ ਮੇਰੇ ਕੋਲ ਨਿਊ ਲੈਂਥ ਆ which can be written equal to original length plus ਕਹਿੰਦਾ ਜੀ increase in length ਠੀਕ ਹੈ ਜਿਹੜੀ ਮੇਰੇ ਕੋਲ ਐਸਐਚ ਵਾਇਰ ਦੀ ਲੈਂਥ ਕਹਿੰਦਾ origignal ਸੀਗੀ ਪਲੱਸ ਜਿੰਨੀ ਉਹਦੀ ਚੇਂਜ ਇਨ ਲੈਂਥ ਆ ਠੀਕ ਹੈ ਸਟ੍ਰੈਸ ਦੇ ਕਰਕੇ ਆ ਮੇਰੀ L ਡੈਸ਼ ਦੀ ਵੈਲਿਊ ਬਣੂਗੀ ਇਨੀ ਗੱਲ ਸਮਝ ਲੱਗਦੀ ਪਈ ਪੁੱਤ Yes, sir. Yes, sir. therefore Yes, sir. ਦਾ ਫਾਰਮੂਲਾ ਜੇ ਟਾਈਮ ਪੀਰੀਅਡ ਦਾ ਫਾਰਮੂਲਾ ਇੱਥੇ ਆਪਾਂ ਡਿਫਾਈਨ ਕਰੀਏ ਤੇ ਆਪਣੇ ਕੋਲ ਫਾਰਮੂਲਾ 2 pi into root of L plus delta L over G delta L ਇਨਵੋਲਵ ਕਰਨਾ ਜ਼ਰੂਰੀ ਸੀਗਾ ਆਪਾਂ ਉਹਨੂੰ ਡਾਇਰੈਕਟ L ਦੀ ਫਾਰਮ ਚ ਪਹਿਲਾਂ ਲਿਖਣ ਲੱਗੇ ਸੀਗੇ ਹੁਣ ਇਹਨੂੰ ਜੇ ਕਨਵਰਟ ਕਰੀਏ ਤੇ ਇੱਥੇ ਡੈਲਟਾ L by L ਦੀ ਫਾਰਮ ਬਣਦੀ ਪਈ ਆ ਉਹੀ ਫਾਰਮ ਬਣਾ ਲਈ ਇਹਨੂੰ L ਨਾਲ ਮਲਟੀਪਲਾਈ ਤੇ L ਨਾਲ ਡਿਵਾਈਡ ਕਰ ਲੈਣੇ ਨਾਲੇ ਇਹ origignal ਟਾਈਮ ਪੀਰੀਅਡ ਦੀ ਫਾਰਮ ਚ ਆ ਜਾਓ ਇਹਨੂੰ ਨੈਕਸਟ ਸਟੈਪ ਦੇ ਅੰਦਰ ਆਪਾਂ ਇਦਾਂ ਕਹਿ ਦਿੰਨੇ ਇਹਨੂੰ L ਨਾਲ ਮਲਟੀਪਲਾਈ ਕਰ ਲਓ ਇਸ ਪੂਰੇ ਨਿਊਮੀਨੇਟਰ ਨੂੰ L ਨਾਲ ਡਿਵਾਈਡ ਕਰ ਦਿਓ ਜਿਹੜਾ SHL plus delta L by L into L by G ਇਨਾ ਸਟੈਪ ਬਣ ਜਾਏਗਾ Yes. ਹੁਣ ਜੇ ਇਹਦੇ ਵਿੱਚੋਂ ਆਪਾਂ ਇਨੀ ਟਰਮ ਲੈ ਲਈਏ ਆ ਜਿਹੜਾ 2 pi into root L by G ਇਹ ਉਹਦਾ origignal time period ਆ ਜਾਏਗਾ ਠੀਕ ਹੈ ਇਹ ਉਹਦਾ origignal time period ਆ ਜਾਊਗਾ therefore time period ਦਾ ਫਾਰਮੂਲਾ ਆਪਣੇ ਕੋਲ ਆ ਗਿਆ 2 pi into root of L by G और दूजे पासे नाल अपने को आ जाएगा 1 plus delta L by L power 1 by 2 इना क्लियर Yes, sir. Yes, sir. ਹੁਣ ਆ ਇੰਨੀ ਚੀਜ਼ ਜਿਹੜੀ ਮੇਰੀ ਹੋਏਗੀ ਇਹ origignal ਟਾਈਮ ਪੀਰੀਅਡ ਆ ਜਾਣਾ ਤੇ ਇੱਥੇ ਡੈਲਟਾ L L ਤੋਂ ਛੋਟਾ ਵਾ ਇਸ ਲਈ ਬਾਇਨੋਮੀਅਲ ਵੀ ਲੱਗ ਜਾਣੀ ਤੇ ਦੂਜਾ ਡੈਲਟਾ L by L ਦੀ ਵੈਲਿਊ ਆਪਾਂ ਇਸ ਰਿਲੇਸ਼ਨ ਚੋਂ ਲੈ ਕੇ y ਦੀ ਫਾਰਮ ਚੋਂ ਨਾਲ ਸਬਸਟੀਟਿਊਟ ਕਰ ਲਓ therefore नेक्स्ट लाइन जब इन्हों लिखना होवे ते अपने कोल इन्नी चीज नु टाइम पीरियड ओरिजिनल डिफाइन कर दो into 1 plus 1 by 2 into delta L by L ब्रैकेट से डिफाइन कर देने using binomial theorem ठीक है ते इत्थे हुन delta L by L दी वैल्यू इथों बना लो ते delta L by L दी वैल्यू साडे कोल y into pi r square by mg ओ इत्थे सब्स्टिट्यूट कर देने ठीक है जी therefore next line च अपने को t dash की वैल्यू t into 1 plus 2 1 plus 1 by 2 into आ जाएगा साढ़े को delta L by L है ना delta L by L की वैल्यू अपने को आ गई mg over pi r square into y मेरे को SH के अंदर जी जेड़ा टाइम पीरियड दा फार्मूला वा वो SH इन टर्म ऑफ यंग मॉडुलस डिफाइंड हो जाएगा ते ओरिजिनल टाइम पीरियड दी फॉर्म च आ जाएगा क्या आ फार्मूला क्लियर है बच्चे Yes, sir. Yes, sir. आ फार्मूला सारे नु क्लियर है Yes, sir. Yes, सारा sir. कंटिन्यू ਇਹ ਦੋਨੋਂ ਕੇਸ ਆ ਜਿਹੜੇ ਆਪਾਂ ਕੀਤੇ ਠੀਕ ਹੈ ਜੀ ਇੱਕ ਟੈਂਪਰੇਚਰ ਦੀ ਚੇਂਜ ਕਰਕੇ ਜਿਹੜੀ ਲੈਂਥ ਦੀ ਚੇਂਜ ਆ ਉਹਦੇ ਐਲਫਾ ਦੀ ਫਾਰਮ ਚ ਤੇ ਦੂਜੇ ਪਾਸੇ ਜਿਹੜਾ ਉਹਦੇ ਸਟ੍ਰੈਸ ਦੇ ਕਰਕੇ ਜਿਹੜੀ ਲੈਂਥ ਦੀ ਚੇਂਜ ਆ
ਤੇ ਉਹਨੂੰ ਯੰਗ ਮੋਡੂਲਸ ਦੀ ਫਾਰਮ 'ਚ ਜਦੋਂ ਡਰਾਈਵ ਕਰਦੇ। ਕਿਆ ਆ ਦੋਨੋਂ ਕੇਸਿਸ ਕਲੀਅਰ ਆ ਬੱਚੇ? यस सर। ਕਿ ਵੀ ਜੇ ਪੈਂਡੂਲਮ ਆਪਣੇ ਕੋਲ ਜਿਹੜਾ ਵਾ, ਠੀਕ ਹੈ, ਉਹ ਕਿਸੇ ਮੰਨ ਲਓ ਕਹਿੰਦਾ ਜੀ ਲਿਫਟ ਦੇ ਅੰਦਰ ਅਟੈਚ ਕੀਤਾ ਹੋਇਆ ਜਾਂ ਕਿਸੇ ਕੋਈ ਐਸਾ ਚ ਕੈਰਿਜ ਦੇ ਅੰਦਰ ਅਸੀਂ ਉਹਨੂੰ ਲਗਾਇਆ ਹੋਇਆ, ਤੇ ਕੈਰਿਜ ਜਿਹੜਾ ਮੇਰਾ ਉਹ ਫਾਰਵਰਡ ਡਾਇਰੈਕਸ਼ਨ ਚ ਮੂਵ ਕਰਦਾ ਹੋਵੇ, ਜਾਂ ਲਿਫਟ ਮੇਰੇ ਕੋਲ ਅਪਵਰਡ ਐਕਸਲਰੇਟ ਕਰਦੀ ਹੋਵੇ ਜਾਂ ਲਿਫਟ ਮੇਰੇ ਕੋਲ ਡਾਊਨਵਰਡ ਐਕਸਲਰੇਟ ਕਰਦੀ ਹੋਵੇ, ਤੇ ਉਹਨਾਂ ਕੇਸਿਸ ਦੇ ਅੰਦਰ ਉਹਦੇ ਟਾਈਮ ਪੀਰੀਅਡ ਦਾ ਫਾਰਮੂਲਾ ਕੀ ਆਏਗਾ? ਯਾਨੀ ਜਿਹੜਾ ਕੇਸ ਬਣਾ ਰਿਹਾ ਉਹ ਆ ਚੀਜ਼ ਲੈ ਰਿਹਾ ਕਿ ਜੇ ਮੇਰੇ ਕੋਲ ਆ ਕੋਈ ਲਿਫਟ ਸਿਸਟਮ ਗਿਵਨ ਆ और इस लिफ्ट सिस्टम के अंदर मेरे को एसएच ने कहा जी कोई पेंडुलम तुसी अटैच किया होया, ठीक है, और जे ये पूरे का पूरा सिस्टम अपवर्ड एक्सेलरेट करे या सिस्टम मेरे को डाउनवर्ड एक्सेलरेट करे या सिस्टम मेरे को हॉरिजॉन्टली एक्सेलरेट करे, इन्हां सारे केसेस दे अंदर टाइम पीरियड दे फार्मूले च की चेंज आएगी? हुण ये बेसिकली जिहड़ी चेंज आनी आ उस चेंज दा कॉज मेरे को की होएगा? कहंदा जी जी आपां जे टाइम पीरियड दा फार्मूला लईए, फोर्थ केस से लिख रहे हैं, we know that time period is given by time period of a simple pendulum is given by time period ਦਾ ਫਾਰਮੂਲਾ 2 ਪਾਈ into root of L by G dash ਆਜੂ। ਹੁਣ ਇੱਥੇ ਜਿੱਥੇ G ਸੀਗਾ ਆਪਾਂ ਜਿਹੜੀ ਹੁਣ ਮੇਨ ਚੇਂਜ ਆਈ ਆ ਇਹਦੇ ਵਿੱਚ ਕਿਤੇ ਵੀ ਲੈਂਥ ਦੀ ਇਨਵੋਲਵਮੈਂਟ ਕੋਈ ਨਹੀਂ ਲੈ ਰਹੇ, पर इस इंस्टेंट ਦੇ ਉੱਤੇ ਮੇਰੇ ਕੋਲ ਜਿਹੜਾ G ਹੋਏਗਾ ਬੇਟਾ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਉਹ ਚੇਂਜ ਹੋਏਗੀ। यस सर। ਜਦੋਂ ਲਿਫਟ ਅਪਵਰਡ ਐਕਸਲਰੇਟ ਕਰਦੀ ਆ, ਆਪਾਂ ਲਾਜ਼ ਆਫ ਮੋਸ਼ਨ ਚ ਪੜਿਆ, ਉਦੋਂ ਇਫੈਕਟਿਵ ਐਕਸਲਰੇਸ਼ਨ ਕਿੰਨੀ ਹੁੰਦੀ ਆ? G plus A। G plus A। ਜਦੋਂ ਡਾਊਨਵਰਡ ਆਣੀ ਆ ਤੇ G minus A। ਆਪਾਂ ਐਪਰੈਂਟ weight ਦੀ ਗੱਲ ਕਰਦੇ ਪਏ, ਐਪਰੈਂਟ weight of a man in a lift, ਉਹ ਚ R ਦਾ ਫਾਰਮੂਲਾ M into G plus A ਬਣਦਾ ਸੀ ਜਦੋਂ ਅਪਵਰਡ ਐਕਸਲਰੇਟ ਕਰਦੀ ਸੀ ਲਿਫਟ, M into G minus A ਬਣਦਾ ਜਦੋਂ ਮੇਰੇ ਕੋਲ ਡਾਊਨਵਰਡ ਐਕਸਲਰੇਟ ਕਰਦੀ। ਇਹ ਮਤਲਬ ਦੋਨੋਂ ਦੇ ਦੋਨੋਂ ਫਾਰਮੂਲੇ ਜਿਹੜੇ ਆ, ਠੀਕ ਹੈ ਜੀ, ਉਹ ਇਸ ਐਕਸਲਰੇਸ਼ਨ ਦੀ ਵੈਲਿਊ ਨੂੰ ਇੱਥੇ ਡਿਵੈਲਪ ਕਰੂਗੇ, ਠੀਕ ਹੈ। ਯਾਨੀ ਆਪਣੇ ਕੋਲ ਇਸ ਮੂਵਮੈਂਟ ਤੇ ਇੱਥੇ G ਡੈਸ਼ ਦੀ ਥਾਂ ਤੇ G plus A, ठीक है, ड्यूरिंग अपवर्ड मोशन, ठीक है, और इसे बिना मेरे को G डैश का फॉर्मूला G minus A, ठीक है, मेरे को जो कहना जी एसएच डाउनवर्ड एक्सेलरेट करेगा। इना क्लियर है? यस सर। यस सर। Yes, sir. ਤੇ ਤੀਜੇ ਦਾ ਦੱਸੋ ਕੀ ਕਰਾਂਗੇ? ਜਦੋਂ ਲਿਫਟ ਹੌਰੀਜ਼ੌਂਟਲੀ ਮੰਨ ਲਓ ਕਿ ਮੇਰੇ ਕੋਲ ਕੋਈ ਕਾਰ ਟਰੈਵਲ ਕਰਦੀ ਪਈ ਆ ਵਿਦ ਸਰਟਨ ਐਕਸਲਰੇਸ਼ਨ, ਤੇ ਉਦੋਂ ਇੱਥੇ ਮੇਰੇ ਕੋਲ ਜਿਹੜੀ ਇਫੈਕਟਿਵ ਐਕਸਲਰੇਸ਼ਨ ਕਿੰਨੀ ਆਏਗੀ? A। ਕਿਸੇ ਨੂੰ ਹੋਰ ਕੁਝ ਲੱਗਦਾ ਹੋਵੇ ਬੋਲੋ। ਰਿਜ਼ਲਟੈਂਟ ਵੈਕਟਰ ਸਰ ਕੱਢਾਂਗੇ A ਤੇ G ਦਾ। ਬਿਲਕੁਲ। ਜੇ ਬੁੱਤ ਇੱਥੇ ਦੇਖ ਕੇ ਚੱਲੋ, ਜਿਹੜੀ ਗ੍ਰੈਵਿਟੀ ਇਫੈਕਟ ਆ ਉਹ ਡਾਊਨਵਰਡ ਆ। ਇੱਥੇ ਜੇ ਆਪਾਂ ਲਈਏ ਤੇ ਇਹਦੇ ਤੇ ਇੱਕ ਫੋਰਸ ਡਾਊਨਵਰਡ ਲੱਗਦੀ ਪਈ ਇਹਦੇ weight ਕਰਕੇ, ਇੱਕ ਫੋਰਸ ਇਹਦੇ ਤੇ ਹੌਰੀਜ਼ੌਂਟਲ ਲੱਗਦੀ ਪਈ ਆ ਇਸ ਐਕਸਲਰੇਸ਼ਨ ਦੇ ਕਰਕੇ। ਇਹਦਾ ਮਤਲਬ ਪੈਂਡੂਲਮ ਦੇ ਉੱਤੇ ਜੇ ਮੈਂ ਰਿਜ਼ਲਟੈਂਟ ਫੋਰਸ ਦੇਖ ਲਵਾਂ ਤੇ ਪੈਂਡੂਲਮ ਤੇ ਰਿਜ਼ਲਟੈਂਟ ਫੋਰਸ ਇਹਨਾਂ ਦੋ ਦੇ ਰਿਜ਼ਲਟੈਂਟ ਤੋਂ ਨਿਕਲੂਗੀ। ਬੱਚੇ ਆ ਗੱਲ ਸਮਝ ਲੱਗੀ? ਜਿਹੜਾ ਥਰਡ ਕੇਸ ਬਣਾ ਰਿਹਾ ਇੰਪੋਰਟੈਂਟ ਆ ਥਰਡ ਕੇਸ। ਆਪਾਂ ਇਹ ਕਹਿ ਰਹੇ ਕਿ ਜੇ ਮੇਰੇ ਕੋਲ ਕਾਰ ਪੈਂਡੂਲਮ ਇੱਕ ਕਾਰ ਚ ਕਹਿੰਦਾ ਜੀ ਐਸਐਚ ਹੈਂਗ ਕੀਤਾ ਹੋਇਆ ਔਰ ਕਾਰ ਮੇਰੇ ਕੋਲ ਜਿਹੜੀ ਹੌਰੀਜ਼ੌਂਟਲ ਡਾਇਰੈਕਸ਼ਨ ਚ ਐਕਸਲਰੇਟ ਕਰਦੀ ਪਈ ਆ, ਉਦੋਂ ਇਹਦੀ ਇਫੈਕਟਿਵ ਐਕਸਲਰੇਸ਼ਨ ਅਸੀਂ ਕੱਢਣੀ ਹੋਵੇ ਤੇ ਉਹ ਇਹਨਾਂ ਦੋਨਾਂ ਫੋਰਸਿਸ ਦੇ ਰਿਜ਼ਲਟੈਂਟ ਫੋਰਸ ਤੋਂ ਬਣੂਗੀ। Yes, sir. Yes, sir. Yes, sir. ਇਹਨਾਂ ਦੋ ਦਾ ਆਪਾਂ ਰਿਜ਼ਲਟੈਂਟ ਕੱਢੀਏ ਪੈਰਲੋਗ੍ਰਾਮ ਲਾਅ ਲਗਾ ਕੇ, ਤੇ ਐਸ ਸੱਚ ਇੱਥੇ ਇਸ ਥਰਡ ਕੇਸ ਦੇ ਅੰਦਰ, ਠੀਕ ਹੈ, ਆ ਮੇਰਾ ਫਰਸਟ ਕੇਸ ਹੋ ਜਾਏਗਾ, ਸੈਕਿੰਡ ਆ, ਤੇ ਥਰਡ ਕੇਸ ਦੇ ਅੰਦਰ ਆਪਣੇ ਕੋਲ ਕੀ ਆ ਜਾਊਗਾ ਹੇਅਰ, ਕਹਿੰਦਾ ਜੀ ਜੇ ਰਿਜ਼ਲਟੈਂਟ ਫੋਰਸ ਕੱਢਣੀ ਹੈ ਮੈਂ, ਤੇ ਰਿਜ਼ਲਟੈਂਟ ਫੋਰਸ ਲਈ ਫਾਰਮੂਲਾ ਮੇਰੇ ਕੋਲ ਜਿਹੜਾ ਵਾ ਉਹ mg² plus ma², ਠੀਕ ਹੈ ਜੀ। ਤੀਜੀ ਟਰਮ ਲਿਖਿਆ ਤੇ plus 2 mg into ma into cos 90, cos 90 ਕਰਕੇ ਉਹ ਟਰਮ 0 ਹੋ ਜੂ, ਠੀਕ ਹੈ। ਇਹ ਆਪਾਂ ਲਿਖੀ ਰਿਜ਼ਲਟੈਂਟ ਫੋਰਸ, ਤੇ ਜੇ ਮੈਂ ਫੋਰਸ ਦੀ ਥਾਂ ਤੇ ਇਹੀ ਕੰਡੀਸ਼ਨ ਐਕਸਲਰੇਸ਼ਨ ਲਈ ਲਿਖਣੀ ਹੋਵੇ ਤੇ ਇਹਨੂੰ ਮੈਂ ਰਿਜ਼ਲਟੈਂਟ ਐਕਸਲਰੇਸ਼ਨ g ਡੈਸ਼ ਕਹਿ ਦੇਣਾ, ਇਹਨੂੰ ਰਿਜ਼ਲਟੈਂਟ ਐਕਸਲਰੇਸ਼ਨ g ਡੈਸ਼ ਕਹਿ ਦੇਣਾ। ਇੱਥੇ m ਕੈਂਸਲ ਕਰਕੇ ਇਹ ਤੋਂ g ਲੈ ਲਓ ਔਰ ਇਧਰੋਂ a,
अल्टीमेट आही फार्मूला मेरा जिहड़ा वा ये इस इंस्टेंट ते g स्क्वायर प्लस a स्क्वायर इन्नी g डैश दी वैल्यू बना दूंगा। Yes, sir. Yes, sir. सो इस केस के अंदर जो टाइम पीरियड का फॉर्मूला होएगा वो मेरे को 2 पाई इनटू रूट ऑफ L ओवर g स्क्वायर प्लस a स्क्वायर पावर 1/2 यानी आ मेरे को टाइम पीरियड का फॉर्मूला आएगा सिंपल पेंडुलम का ਜਦੋਂ ਮੇਰੇ ਕੋਲ ਕਹਿੰਦਾ ਜੀ ਪੈਂਡੂਲਮ ਕਿਸੇ ਕਾਰ ਦੇ ਵਿੱਚ ਲੱਗਿਆ ਹੋਇਆ ਜਾਂ ਕਿਸੇ ਕੈਰਿਜ ਦੇ ਵਿੱਚ ਲੱਗਾ ਹੋਇਆ ਜਿਹੜਾ ਫਾਰਵਰਡ ਜਾਂ ਡਾਇਰੈਕਸ਼ਨ 'ਚ ਮੇਰੇ ਕੋਲ ਐਕਸਲਰੇਟ ਕਰਦਾ ਪਿਆ क्या आ थर्ड केस क्लियर है? Yes, sir. Yes, sir. चलो एक ये अपने को तीन केस बन गए। एक अपने को ये तो वर्बल केस ये आ जाएगा कि टाइम पीरियड जी डैश दे जे रेसिप्रोकल आ तो ਅਸੀਂ ਕਹਿੰਦੇ ਜੀ पेंडुलम क्लॉक क्वेश्चन बन ਜਾਂਦਾ है वाला पेंडुलम क्लॉक रन स्लोअर ऑन माउंटेन। ठीक है, पेंडुलम क्लॉक रन स्लोअर ऑन माउंटेन कहंदा व्हाट्स द रीजन ਤੇ ਬੇਟਾ ਆਪਾਂ ਸਿੰਪਲੀ ਉਸ ਮੂਮੈਂਟ ਤੇ ਕਹਿ ਦਿੰਨੇ ਪੈਂਡੂਲਮ ਕਲੌਕ ਰਨ ਸਲੋਅਰ ਹਨਾ। ਅਸੀਂ ਕਹਿੰਦੇ ਜੀ ਜਦੋਂ ਅਸੀਂ ਹਾਈਟ ਤੇ ਜਾਂਦੇ ਆ ਮਾਊਂਟੇਨਸ ਤੇ ਜਾਂਦੇ ਆ ਤੇ ਜੀ ਦੀ ਵੈਲਿਊ ਅੱਗੇ ਨਾਲੋਂ ਕੀ ਹੁੰਦੀ? ਘੱਟ ਸਰ ਡਿਕਰੀਜ਼ ਹੁੰਦੀ। ਤੇ ਜੀ ਜਦੋਂ ਡਿਕਰੀਜ਼ ਹੋਏਗਾ ਤੇ ਟਾਈਮ ਪੀਰੀਅਡ ਅੱਗੇ ਨਾਲੋਂ ਇਨਕਰੀਜ਼ ਹੋਏਗਾ। ਤੇ ਟਾਈਮ ਪੀਰੀਅਡ ਇਨਕਰੀਜ਼ ਦਾ ਮਤਲਬ ਕੀ ਹੋਇਆ ਕਿ ਪੈਂਡੂਲਮ ਕਲੌਕ ਜਿਹੜੀਆਂ ਨੇ ਉਹ ਇੱਕ ਔਸੀਲੇਸ਼ਨ ਨੂੰ ਪੂਰਾ ਕਰਨ ਲਈ ਅੱਗੇ ਨਾਲੋਂ ਜ਼ਿਆਦਾ ਟਾਈਮ ਲੈਣ ਲੱਗ ਗਈਆਂ। ਤੇ ਜੇ ਉਹ ਅੱਗੇ ਨਾਲੋਂ ਜ਼ਿਆਦਾ ਟਾਈਮ ਲੈਣ ਲੱਗ ਗਈਆਂ ਇਹਦਾ ਮਤਲਬ ਫਿਰ ਪੈਂਡੂਲਮ ਕਲੌਕ ਜਿਹੜੀਆਂ ਨੇ ਉਹ ਅੱਗੇ ਨਾਲੋਂ ਸਲੋ ਸਪੀਡ ਤੇ ਮੂਵ ਕਰੂਗੀਆਂ। Yes, sir. ਇਸ ਲਈ ਇੱਕ ਕੇਸ ਸਾਡੇ ਕੋਲ ਇਹ ਬਣ ਜਾਂਦਾ ਕਿ ਜਦੋਂ ਅਸੀਂ ਹਾਈਟ ਤੇ ਜਾਂਦੇ ਹਾਈਟ ਤੇ ਜਾਣ ਕਰਕੇ ਪੈਂਡੂਲਮ ਕਲੌਕ ਦੇ ਟਾਈਮ ਪੀਰੀਅਡ ਵੱਧ ਜਾਂਦੇ ਆ ਤੇ ਟਾਈਮ ਪੀਰੀਅਡ ਵਧਣ ਦਾ ਮਤਲਬ ਆ ਪੈਂਡੂਲਮ ਕਲੌਕ ਪਲੇਨ ਏਰੀਆ ਦੇ ਨਾਲੋਂ ਕਹਿੰਦਾ ਜੇ ਅਸੀਂ ਕਹਿੰਦੇ ਉੱਤੇ ਸਲੋ ਚੱਲਦੀਆਂ। ठीक है, इसलिए पेंडुलम क्लॉक रन स्लोअर ऑन माउंटेन ਉਹਦਾ ਮਤਲਬ ਇਹ ਰਹੇਗਾ ਕਿ ਵੀ ਉਹਨਾਂ ਨੇ ਉੱਥੇ ਟਾਈਮ ਜਿਹੜਾ ਵਾ ਠੀਕ ਹੈ ਉਹਨਾਂ ਦਾ ਟਾਈਮ ਪੀਰੀਅਡ ਅੱਗੇ ਨਾਲੋਂ ਵੱਧ ਗਿਆ। ਤੇ ਟਾਈਮ ਪੀਰੀਅਡ ਵਧਣ ਦਾ ਕਿਤੇ ਮਤਲਬ ਇਹ ਨਹੀਂ ਕਿ ਘੜੀ ਫਾਸਟ ਹੋ ਗਈ। ਟਾਈਮ ਪੀਰੀਅਡ ਵਧਣ ਦਾ ਮਤਲਬ ਆ ਆਪਣੀ ਇੱਕ ਔਸੀਲੇਸ਼ਨ ਨੂੰ ਪੂਰਾ ਕਰਨ ਲਈ ਉਹ ਅੱਗੇ ਨਾਲੋਂ ਜ਼ਿਆਦਾ ਟਾਈਮ ਲੈਣ ਲੱਗ ਗਈਆਂ। ਕਲੀਅਰ ਹੈ ਵਾਲਾ ਫੈਕਟ? Yes, sir. Yes, sir. Yes, sir. ਇਸੇ ਵੇ ਨਾ ਇੱਕ ਆਪਣੇ ਕੋਲ ਕੇਸ ਇਹਦੇ ਵਿੱਚ ਹੋਰ ਇਹ ਬਣ ਜਾਂ ਇੱਕ ਕੇਸ ਹੋਰ ਇਹਦੇ ਵਿੱਚ ਆਪਣੇ ਕੋਲ ਇਹਦੇ ਬਣ ਜਾਂਦਾ ਉਹਨੂੰ ਅਸੀਂ ਨਾਮ ਦਿੰਦੇ ਆ ਕਿ ਸੈਕਿੰਡਸ ਪੈਂਡੂਲਮ। ਸੈਕਿੰਡਸ ਪੈਂਡੂਲਮ ਅਸੀਂ ਕਿਹਨੂੰ ਕਹਿੰਦੇ ਆ ਜਿੱਥੇ ਨਾਮ ਦੇ ਕੇ ਚੱਲੀਏ ਇੱਕ ਕੇਸ ਇੱਥੇ ਆਪਾਂ ਇਹ ਲੈ ਲਈਏ ਕਿ ਵੀ ਸੈਕਿੰਡਸ ਪੈਂਡੂਲਮ ਸਾਡੇ ਕੋਲ ਆਉਂਦੀਆਂ। ਸੈਕਿੰਡਸ ਪੈਂਡੂਲਮ ਪੈਂਡੂਲਮ ਕਲੌਕ ਨੂੰ ਕਹਿੰਦੇ ਆ। न्यूमेरिकल ਦੇ ਵਿੱਚ ਜਾਂ ਕਿਸੇ ਥਿਓਰੈਟੀਕਲ ਟੌਪਿਕ ਦੇ ਅੰਦਰ ਜਿੱਥੇ ਵਰਡ ਸੈਕਿੰਡਸ ਪੈਂਡੂਲਮ ਯੂਜ਼ ਹੁੰਦਾ ਪਿਆ ਨਾ ਉਹਦਾ ਆਪਣੇ ਆਪ ਚ ਮਤਲਬ ਹੋਏਗਾ ਕਿ ਇਹਦਾ ਟਾਈਮ ਪੀਰੀਅਡ ਫਿਕਸ ਆ। ਸੈਕਿੰਡਸ ਪੈਂਡੂਲਮ ਆਰ ਦੋਜ਼ ਪੈਂਡੂਲਮ ਕਹਿੰਦਾ ਜੀ ਸੈਕਿੰਡਸ ਪੈਂਡੂਲਮ ਆਰ ਦੋਜ਼ ਪੈਂਡੂਲਮ whose time period is always to be of 2 second ਯਾਨੀ ਇਹਦਾ ਟਾਈਮ ਪੀਰੀਅਡ ਜਿਹੜਾ ਹੋਏਗਾ ਇਹਦਾ ਟਾਈਮ ਪੀਰੀਅਡ ਫਿਕਸ ਆ 2 ਸੈਕਿੰਡ ਤੇ ਜੇ ਇਹਦਾ ਟਾਈਮ ਪੀਰੀਅਡ ਫਿਕਸ ਆ ਤੇ ਇਸ ਫਾਰਮੂਲੇ ਦੇ ਅਕੋਰਡਿੰਗਲੀ ਜੇ ਮੈਨੂੰ t ਨੋਨ ਹੈਗਾ ठीक है तो ਇਹਦਾ मतलब उस पेंडुलम ਦੀ लेंथ भी ਸਾਡੇ ਕੋਲ ਨੋਨ ਹੋਏਗੀ। Yes, sir. therefore ਜੇ ਤੇ ਆਪਾਂ ਉਹਦੀ ਲੈਂਥ ਕੈਲਕੂਲੇਟ ਕਰਨੀ ਆ ਤੇ ਆਪਾਂ ਉਹਦੀ ਲੈਂਥ ਵਾਸਤੇ ਫਾਰਮੂਲਾ ਲਈਏ ਤੇ we know that ਟਾਈਮ ਪੀਰੀਅਡ ਦਾ ਫਾਰਮੂਲਾ ਆ ਗਿਆ 2 ਪਾਈ ਇਨਟੂ ਰੂਟ ਆਫ L/G। ਇਹ ਤੋਂ L ਦਾ ਫਾਰਮੂਲਾ ਬਣਾਉਣਾ ਤੇ ਆਪਣੇ ਕੋਲ ਬਣ ਜਾਣਾ ਫਾਰਮੂਲਾ T²/4 ਪਾਈ ਸਕੁਅਰ ठीक है इनटू G। ठीक है, स्केयरिंग कर लो सॉल्व कर लो L का फॉर्मूला आ जाएगा। टाइम पीरियड साडे को नोन आ पाई दी वैल्यू नोन आ G दी वैल्यू 9.8 नोन आ सारियां वैल्यू सब्स्टिट्यूट करके T 2 सेकंड आ गया पाई मेरा 22/7 आ गया G दी वैल्यू मेरी 9.8 आ गई। आ सारियां वैल्यू सॉल्व करके जे L कढीए ते अप्रोक्सीमेटली इस L दी वैल्यू जेडी आ वो 100 सेंटीमीटर के आस-पास आंदी आ। 99.3 सेंटीमीटर ਅਸੀਂ ਇਹਦੀ ਲੈਂਥ ਕੰਸੀਡਰ ਕਰਦੇ ਆ। ਠੀਕ ਹੈ, ਉਹਨੂੰ ਅਪਰੋਕਸੀਮੇਟਲੀ ਅਸੀਂ 100 ਸੈਂਟੀਮੀਟਰ ਲੈ ਲੈਨੇ। ਇਹਦਾ ਮਤਲਬ ਜਿਹੜਾ ਸੈਕਿੰਡ ਪੈਂਡੂਲਮ ਹੋਏਗਾ ਅਪਰੋਕਸੀਮੇਟਲੀ ਉਹਦੀ ਲੈਂਥ ਜਿਹੜੀ ਆ ਉਹ 100 ਸੈਂਟੀਮੀਟਰ ਆਪਣੇ ਕੋਲ ਰਹਿੰਦੀ ਤੇ ਟਾਈਮ ਪੀਰੀਅਡ ਉਹਦਾ ਫਿਕਸ ਆ ਉਹ ਹਮੇਸ਼ਾ 2 ਸੈਕਿੰਡ ਰਹੇਗਾ। क्या आ केस क्लियर है? Yes, sir. Yes, sir.
सेकंड पेंडुलम वाला केस है, क्या सारिਆਂ ਨੂੰ क्लियर है बेटा? यस सर। करिए कंटिन्यू। Yes, sir. चलो लास्ट एक केस और डिस्कस कर रहे हैं। उन्हें कहा जी इफ पेंडुलम lies inside the satellite, जे पेंडुलम अपना सैटेलाइट के अंदर लाई करता होवे, then टाइम पीरियड का की फॉर्मूला आएगा जी? कौन बोलेगा उन्हें थे? टाइम पीरियड ऑफ सिंपल पेंडुलम की कितनी वैल्यू आएगी? जी साडा पेंडुलम जिहड़ा वो किसी सैटेलाइट के अंदर लाई करता पिया ते टाइम पीरियड का फॉर्मूले च इत्थे वैल्यू कितनी बननी आ? किहड़ा फैक्टर है जिहड़ा उत्थे टाइम पीरियड नूं डिसाइड करूगा? Gravity. ग्रेविटी। ते सैटेलाइट जिहड़े ने असी हमेशा यूज करते वर्ड कि सैटेलाइट जिहड़े मेरे कोल ने वो ग्रेविटी फ्री रहिंदे ने, ग्रेविटी फ्री स्पेस बनदी ओदी। Yes, sir. असी हमेशा वर्ड यूज करते हैं कि जिहड़े सैटेलाइट ने वो फ्री फॉल स्टेट च हुंदे आ। इसे केस च फिर सोचो लिफ्ट वाले केस असी एक केस बनाया सीगा कि जे लिफ्ट फ्री फॉल करदी होवे, जदों लिफ्ट डाउनवर्ड फ्री फॉल करदी होवे ओदी इफेक्टिव एक्सेलरेशन कितनी हुंदी आ? 0। जी। ਇਹਦਾ मतलब ये हो गया कि आ जी दी वैल्यू सैटेलाइट वाले केस च 0 आ जाएगी। यस सर। Yes. अपने को देते लिख लिए देयरफॉर इन ग्रेविटी फ्री स्पेस, देयरफॉर इन ग्रेविटी फ्री स्पेस साडे कोल जी दी वैल्यू जेडी वो 0 कंसीडर होएगी। देयरफॉर टाइम पीरियड दी वैल्यू इनफाइनाइट आ जाओ बेटा। यस। ਇਹਦਾ मतलब ਸਾਡੇ ਕੋਲ ਜਿਹੜਾ ਐਸਐਚ ਪੈਂਡੂਲਮ ਕਲੌਕਸ ਨੇ ਹਨਾ, ਉਹਨਾਂ ਨੇ ਆਪਣੀ ਇੱਕ ਆਪਣੀ ਔਸੀਲੇਸ਼ਨ ਜਿਹੜੀ ਆ ਉਹ ਇਨਫਾਈਨਾਈਟ ਟਾਈਮ ਚ ਪੂਰੀ ਕਰਨੀ, ਤੇ ਇਨਫਾਈਨਾਈਟ ਟਾਈਮ ਦਾ ਮਤਲਬ ਇਹ ਹੋ ਗਿਆ ਪੈਂਡੂਲਮ ਔਸੀਲੇਟ ਹੀ ਨਹੀਂ ਕਰਦਾ ਪਿਆ, ਇਸ ਲਈ ਪੈਂਡੂਲਮ ਕਲੌਕ ਵਰਕ ਨਹੀਂ ਕਰਦੀਆਂ। ਠੀਕ ਹੈ ਜੀ, ਜਦੋਂ ਅਸੀਂ ਪੈਂਡੂਲਮ ਕਲੌਕ ਜਿਹੜੀਆਂ ਨੇ ਉਹ ਸੈਟੇਲਾਈਟ ਚ ਕਹਿੰਦਾ ਜੀ ਕਿਤੇ ਲੈ ਕੇ ਚੱਲਦੇ ਆ। ਕੀ ਆ ਕੰਡੀਸ਼ਨ ਕਲੀਅਰ ਆ? Yes, sir. Yes. ਚਲੋ ਆਪਾਂ ਕੁਝ ਇੱਕ ਕੇਸ ਜਿਹੜੇ ਨੇ ਠੀਕ ਹੈ ਉਹ ਤੁਹਾਡੇ ਰੀਡਿੰਗ ਲਈ ਵੀ ਛੱਡੇ ਆ। ਨੀਅਰ ਅਬਾਊਟ ਬੁੱਕ ਦੇ ਹਿਸਾਬ ਨਾਲ ਚੱਲਾਂ ਤੇ ਆਪਣੇ ਕੋਲ 10 ਤੋਂ 11 ਕੇਸਿਸ ਨੇ। ਠੀਕ ਹੈ, ਆਪਾਂ 6 ਤੋਂ 7 ਕੇਸ ਜਿਹੜੇ ਕੀਤੇ ਆ ਤੇ 3 ਤੋਂ 4 ਜਿਹਦੀ ਡੈਰੀਵੇਸ਼ਨ ਹੀ ਜਨਰਲ ਰੀਡਿੰਗ ਵਾਲੇ ਨੇ ਉਹ ਤੁਹਾਡੇ ਲਈ ਛੱਡਦਾ ਪਿਆ। ਉਹ ਪੜੇ ਹੋਏ ਚਾਹੀਦੇ ਨੇ ਮੈਨੂੰ ਕੇਸ। ਕਲੀਅਰ ਹੈ ਜੀ? Okay, sir. Yes, sir. Yes, sir. ਨੈਕਸਟ ਟੌਪਿਕ ਜਿਹੜਾ ਆਪਾਂ ਕਰਨਾ ਉਹ ਆਪਣੇ ਕੋਲ ਆ ਜਾਣਾ ਜੀ ਔਸੀਲੇਸ਼ਨ ਆਫ ਅ ਵਰਟੀਕਲ ਸਪਰਿੰਗ ਐਂਡ ਸਪਰਿੰਗ ਕੰਬੀਨੇਸ਼ਨ। ਠੀਕ ਹੈ, ਤੇ ਡੈਰੀਵੇਸ਼ਨ ਦੇ ਅਕੋਰਡਿੰਗਲੀ ਬੇਟਾ ਇਹ ਤੁਹਾਡਾ ਲਾਸਟ ਟੌਪਿਕ ਹੀ ਬਣਨਾ ਵਾ। ਇਸ ਤੋਂ ਬਾਅਦ ਇਹਦੇ ਚ ਇੱਕ ਥਿਓਰੈਟੀਕਲ ਟੌਪਿਕ ਆਣਾ ਬਸ। ਠੀਕ ਹੈ, ਤੇ ਇਹ ਚੈਪਟਰ ਔਸੀਲੇਸ਼ਨ ਵਾਲਾ ਆਪਣਾ ਕੰਪਲੀਟ ਆ ਬੇਟਾ। ਠੀਕ ਹੈ, ਸੋ ਨੈਕਸਟ ਟੌਪਿਕ ਆਪਣੇ ਕੋਲ ਹੈਗਾ ਔਸੀਲੇਸ਼ਨ ਆਫ ਏ oscillation of a vertical spring। ਜੇ ਤੁਹਾਡੇ ਕੋਲ ਕੋਈ ਇੱਕ vertical spring ਹੈਗਾ ਮਤਲਬ ਸਪਰਿੰਗ ਨੂੰ ਤੁਸੀਂ vertical condition ਚ ਹੈਂਗ ਕੀਤਾ ਹੋਇਆ ਤੇ ਜਦੋਂ ਉਹ ਸਪਰਿੰਗ oscillate ਕਰਦਾ ਕਿਆ ਉਹਦੀ ਮੋਸ਼ਨ SHM? ਜੇ ਉਹਦੀ ਮੋਸ਼ਨ SHM ਨੇਚਰ ਦੀ ਹੈਗੀ ਤੇ ਫਿਰ ਉਹਦੇ oscillate ਕਰਨ ਦਾ ਟਾਈਮ ਪੀਰੀਅਡ ਤੇ ਉਹਦੀ ਫ੍ਰੀਕੁਐਂਸੀ ਕੈਲਕੂਲੇਟ ਕਰੋ। ਉਹਦੇ ਲਈ ਆਪਾਂ ਸ਼ੋ ਕਰ ਰਹੇ ਆ ਚੀਜ਼ ਨੂੰ कि फर्स्ट फिगर ਦੇ ਅੰਦਰ ਅਸੀਂ ਕਹਿੰਦੇ ਜੀ ਆਪਣੇ ਕੋਲ ਇੱਕ ਵਰਟੀਕਲ ਸਪਰਿੰਗ ਗਿਵਨ ਆ ਔਰ ਇਸ ਸਪਰਿੰਗ ਦਾ ਸਪਰਿੰਗ ਕਾਂਸਟੈਂਟ k ਗਿਵਨ ਆ। ਸੈਕੰਡ ਫਿਗਰ 'ਚ ਅਸੀਂ ਦਿਖਾ ਰਹੇ ਕਿ ਜੇ ਇਸ ਸਪਰਿੰਗ ਦੇ ਨਾਲ ਮੈਂ ਕੋਈ weight ਅਟੈਚ ਕਰਾਂ, ਠੀਕ ਹੈ, ਜਦੋਂ ਮੈਂ ਸਪਰਿੰਗ ਦੇ ਨਾਲ ਕੋਈ weight ਅਟੈਚ ਕਰਦਾ ਤੁਸੀਂ ਆਬਜ਼ਰਵ ਕਰਦੇ ਹਾਂ ਕਿ ਵੀ ਉਸ ਇਨਸਟੈਂਟ ਤੇ weight ਦੇ ਅਟੈਚ ਕਰਨ ਕਰਕੇ ਆ ਸਪਰਿੰਗ ਮੇਰਾ ਜਿਹੜਾ ਥੋੜਾ ਸਟ੍ਰੈਚ ਹੋ ਜਾਣਾ ਤੇ ਜਦੋਂ ਸਪਰਿੰਗ ਆਪਣਾ ਸਟ੍ਰੈਚ ਹੋਏਗਾ है ना, ਜਦੋਂ ਸਪਰਿੰਗ ਸਟ੍ਰੈਚ ਹੋਏਗਾ ਤੇ ਇਸ ਮੂਵਮੈਂਟ ਤੇ ਇੱਥੇ ਦੋ ਫੋਰਸਸ ਰੋਲ ਪਲੇ ਕਰਦੀਆਂ। ਇੱਕ ਇਹਦਾ weight ਆਫ ਦਾ ਬਲੌਕ ਜਿਹੜਾ ਸਪਰਿੰਗ ਨੂੰ ਸਟ੍ਰੈਚ ਕਰੇਗਾ ਔਰ ਸਪਰਿੰਗ ਦੀ ਆਪਣੀ ਪੋਜੀਸ਼ਨ ਤੋਂ ਜਿਹੜੀ y ਡਿਸਪਲੇਸਮੈਂਟ ਹੋ ਗਈ, ਸਪਰਿੰਗ ਆਪਣੀ ਪੋਜੀਸ਼ਨ ਤੋਂ y ਡਿਸਪਲੇਸ ਕਰ ਗਿਆ ਔਰ ਇਹਦੇ ਕਰਕੇ ਸਪਰਿੰਗ ਦੇ ਅੰਦਰ ਰੀਸਟੋਰਿੰਗ ਫੋਰਸ ਬਿਲਟ ਅਪ ਹੋਊਗੀ। Yes, sir. यस सर। ਤੇ ਜਿਹੜੀ ਪੁੱਤ ਇਹਦੇ ਅੰਦਰ ਰੀਸਟੋਰਿੰਗ ਫੋਰਸ ਆ ਗਈ ਉਹ ਅਸੀਂ ਮੰਨ ਲਓ F1 ਮੰਨ ਲਈ, ਯਾਨੀ KY ਦੇ ਅਕੋਰਡਿੰਗਲੀ ਇਹਦੇ ਚ ਮੇਰੇ ਕੋਲ ਐਸਾ ਚ ਕਹਿੰਦਾ ਜੀ F1 ਦੇ ਬਰਾਬਰ ਰੀਸਟੋਰਿੰਗ ਫੋਰਸ ਆਈ ਆ।
बट इस इंस्टेंट तक मेरे को जो स्प्रिंग आ वो मेरा वाइब्रेट नहीं करता पिया। इन्ना जो वेट अटैच किया, वेट दे अटैच करना खिंच के इस वेले दा रुक गया, पर स्टिल इहदे अंदर असीं कोई वाइब्रेशन कंसीडर नहीं कर रहे। पर जे मैं इस स्प्रिंग नूं इस तो थोड़ा जिहा होर थल्ले नूं खिंच के छड्ड देवां ते जदों इहनूं थोड़ा जिहा दबा के छड्ड दांगा ये स्प्रिंग वाइब्रेट करना शुरू होएगा। Yes, sir. ਇਹਦਾ Yes, sir. थर्ड फिगर ये दिखा रहे हैं, थर्ड फिगर ये दिखा रहे हैं कि जदों इस स्प्रिंग नूं तुसीं अपनी पोजीशन तो थोड़ा जिहा होर डिस्प्लेस कीता, इत्थे तक ओदी एल लेंथ स्ट्रैच सीगी, इत्थे तक ओदी एल लेंथ स्ट्रैच सीगी, तुसीं थोड़ी जी लेंथ होर ओदी स्ट्रैच कर लई, अज कहना जी वाई लेंथ असीं ओदी होर स्ट्रैच कर ली, ठीक है। पहलो लेंथ ओदी वेरिएबल मैं सारे बुक ले रहा, पहलो एल लेंथ सीगी, पहलो एल लेंथ स्ट्रैच सीगी, वाई लेंथ असीं ओदी होर स्ट्रैच कर दित्ती। ਇਹਦਾ मतलब जो टोटल एल प्लस वाई लेंथ स्ट्रैच करके इनू मैं एस एच रिलीज करांगा, ये पेंडुलम इस थां दे उत्ते ऑसिलेट या वाइब्रेट करना शुरू करूगा। पुते इन्नी गल समझ लगदी भी सारियां नू? यस सर। बच्चे रिस्पोंड Yes, वही दो तीन जने कर दे, क्या Yes, गल sir. समझ आ रही सारियां नू? Yes, sir. Yes, sir. Yes, sir. ਇਹਦਾ ਮਤਲਬ ਜਦੋਂ ਐਡੀਸ਼ਨਲ ਵਾਈ ਲੈਂਥ ਅਸੀਂ ਉਹਨੂੰ ਸਟ੍ਰੈਚ ਕਰਕੇ ਛੱਡਾਂਗੇ ਤੇ ਇਹ ਸਪਰਿੰਗ ਮੇਰਾ ਵਾਈਬ੍ਰੇਟ ਕਰਨਾ ਸ਼ੁਰੂ ਕਰੇਗਾ। Yes, sir. ਤੇ ਜਦੋਂ ਉਹ ਕਹਿੰਦਾ ਜੀ ਇਹਨੇ ਵਾਈਬ੍ਰੇਟ ਕਰਨਾ ਸ਼ੁਰੂ ਕੀਤਾ ਤੇ ਉਸ ਇਨਸਟੈਂਟ ਤੇ ਇਹਦੀ ਕੈਲਕੂਲੇਟ ਕਰੋ ਟਾਈਮ ਪੀਰੀਅਡ ਦੀ ਵੈਲਿਊ ਕਿੰਨੀ ਆਣੀ ਹੈ, ਠੀਕ ਹੈ। ਸੋ ਆਪਣੇ ਕੋਲ ਆਪਣੇ ਟੌਪਿਕ ਦੇ ਅੰਦਰ ਇਹ ਆ ਜਾਏਗਾ, ऑसिलेशन की थां ते वर्ड वाइब्रेशन लिख रहे हैं कि जे वाइब्रेशंस ਅਸੀਂ ਲੈ ਕੇ ਚੱਲਦੇ ਪਏ वर्टिकल स्प्रिंग ਦੀਆਂ, ਪਹਿਲੀ ਕੰਡੀਸ਼ਨ ਇਕੁਇਲਿਬ੍ਰੀਅਮ ਦੀ ਆ ਉਹ ਡਿਫਾਈਨ ਕਰ ਦਿਓ, ਦੂਜੀ ਕੰਡੀਸ਼ਨ ਉਹਦੀ ਐਸਐਚਐਮ ਦੀ ਆ ਉਹ ਡਿਵੈਲਪ ਕਰਾਂਗੇ। ਪਹਿਲੀ ਕੰਡੀਸ਼ਨ 'ਚ ਲਿਖ ਰਹੇ इन फर्स्ट कंडीशन या इन फर्स्ट केस, ठीक है, इनू केस नंबर 1 डिफाइन कर रहे हैं, आ मेरे को केस नंबर 2 आ जाएगा। इन केस 1, ठीक है जी, स्प्रिंग and block are in equilibrium position। ये दोनों दे दोनों चीज़ां मेरियां जड़ियां ने वो equilibrium position च कि therefore, ठीक है, जे equilibrium च ते इना दोनों दी मिला के रिजल्टेंट फोर्स जड़ी आ वो 0 हो जाएगी। therefore F1 plus mg it should be equal to 0, यानी सिस्टम दी रिजल्टेंट फोर्स साडी जड़ी वो 0 आ। ਇਹਦਾ मतलब ये हो गया F1 equal to minus mg। दूजे पासे ਆਪਾਂ ਨੂੰ ਇਹ ਪਤਾ ਕਿ ਰਿਸਟੋਰਿੰਗ ਫੋਰਸ ਜਿਹੜੀ ਆ ਉਹ ਲੈਂਥ ਦੇ ਡਾਇਰੈਕਟ ਪ੍ਰੋਪੋਰਸ਼ਨਲ ਆ, ਯਾਨੀ ਡਿਸਪਲੇਸਮੈਂਟ ਦੇ ਡਾਇਰੈਕਟ ਪ੍ਰੋਪੋਰਸ਼ਨਲ ਆ, ਠੀਕ ਹੈ। ਆਲਸੋ F1 can be equal to minus k into L, यानी आ मेरे को हुक्स लॉ दे अकॉर्डिंगली F1 minus k into L दे प्रोपोर्शनेट ਇਹਦੇ ਇਕੁਅਲ ਆ ਜਾਊਗਾ ਤੇ ਦੂਜੇ ਪਾਸੇ F1 equal to minus mg। ਜੇ ਆ ਦੋਨਾਂ ਦੇ ਦੋਨਾਂ ਨੂੰ ਇਕੁਏਟ ਕਰ ਦਈਏ ਤੇ therefore K1L equal to या KL equal to mg, माइनस माइनस कैंसिल हो जाएगा ਤੇ ਇਹ ਤੋਂ स्प्रिंग कांस्टेंट K ਦੀ ਵੈਲਿਊ mg by L ਆ ਜਾਊ। क्या आ K ਦੀ ਵੈਲਿਊ ਕਲੀਅਰ ਆ? Yes, sir. यस Yes, सर। sir. ਉਹ ਤੇ ਇੰਨਾ ਕਲੀਅਰ ਆ ਸਾਰਿਆਂ ਨੂੰ? Yes, sir. ਚਲ ਹੁਣ Yes, ਇਹਦੇ sir. ਵਿੱਚ ਅੱਗਿਓਂ ਕੰਡੀਸ਼ਨ ਆਪਾਂ ਇੱਥੋਂ ਬਣਾਣੀ ਆ ਕਿ ਜਦੋਂ ਇਹਨੂੰ ਵਾਈ ਲੈਂਥ ਹੋਰ ਫਰਦਰ ਅਸੀਂ ਸਟ੍ਰੈਚ ਕੀਤਾ ਔਰ ਰਿਲੀਜ਼ ਕੀਤਾ ਤੇ ਇਸ ਮੂਮੈਂਟ ਤੇ ਮੇਰੇ ਕੋਲ ਸਪਰਿੰਗ ਵਾਈਬ੍ਰੇਟ ਕਰਨਾ ਸ਼ੁਰੂ ਹੋਇਆ। ਕਹਿੰਦਾ ਜੀ ਇਹਦਾ ਮਤਲਬ ਇਨ ਸੈਕੰਡ ਕੇਸ, in a second case when spring is further stretched by y length, then vibrations are set up in spring, ਤੇ therefore ਜੇ ਇਸ ਕੰਡੀਸ਼ਨ ਚ ਲਿਖੀਏ ਤੇ ਜਿਹੜੀ ਸੈਕੰਡ ਕੇਸ ਚ ਰੀਸਟੋਰਿੰਗ ਫੋਰਸ ਬਣੀ, ਜਿਹੜੀ ਸੈਕੰਡ ਕੇਸ ਚ ਮੇਰੇ ਕੋਲ ਰੀਸਟੋਰਿੰਗ ਫੋਰਸ ਬਣੀ ਆ, ਹੁਣ ਇੱਥੇ ਸਮਝਣ ਵਾਲੀ ਇੱਕ ਚੀਜ਼ ਹੈਗੀ, ਜਿਹੜੀ ਹੁਣ ਰਿਸਟੋਰਿੰਗ ਫੋਰਸ ਆਈ ਜੇ ਮੈਂ ਉਹਦੇ ਚ ਬੇਟਾ ਇੱਕ ਕੰਡੀਸ਼ਨ ਲਵਾਂ
ਤੇ क्या सारे दी सारी F2 ਦੇ ਬਰਾਬਰ ਜਿਹੜੀ ਰਿਸਟੋਰਿੰਗ ਫੋਰਸ ਆ ਉਹ ਇਸ ਬੋਡੀ ਨੂੰ SHM ਮੋਸ਼ਨ ਦੇਗੀ? ਕਰਿਓ ਸਰ। ਆਪਾਂ ਇਹ ਕਿਹਾ ਕਿ ਜਿਹੜੀ ਸੈਕਿੰਡ ਕੇਸ ਦੇ ਅੰਦਰ ਹੁਣ F2 ਦੇ ਬਰਾਬਰ ਰਿਸਟੋਰਿੰਗ ਫੋਰਸ ਬਣੀ ਇਹ L plus Y ਲੈਂਥ ਨੇ ਬਣਾਈ ਆ ਤੇ ਜਿਹੜੀ ਸੈਕਿੰਡ ਕੇਸ 'ਚ ਫਿਰ ਮੇਰੇ ਕੋਲ ਰਿਸਟੋਰਿੰਗ ਫੋਰਸ L plus Y ਲੈਂਥ ਬਣਾਉਂਦੀ ਵੀ क्या ਇਹ SHM ਲਈ ਰਿਸਪੌਂਸਿਬਲ ਹੋਏਗੀ ਕਿ ਨਹੀਂ? क्या इन्नी कंडीशन समय लगती पे जो बोलिया मैं इस आर्टिकल च आही एक लाइन मेन आ बेटे कि जदों सैकेंड टाइम तुहाडी F2 फोर्स आई है ना F2 फोर्स L plus Y लेंथ ने बनाई आ पर ऑलरेडी मैंने एक चीज पता कि L plus Y लेंथ विचों जिहड़ी L लेंथ सीगी है ना ये इक्विलिब्रियम मेंटेन करदी आ ਇਹਦਾ ਮਤਲਬ ਜਿਹੜੀ ਐਡੀਸ਼ਨਲ Y ਲੈਂਥ ਸਟ੍ਰੈਚ ਕੀਤੀ ਆ ਇਹਨੇ ਹੀ SHM ਨੇਚਰ ਡਿਵੈਲਪ ਕਰਨੀ ਆ। Yes, sir. Yes, sir. ਉਹ ਤੇ ਇੱਕ ਚੀਜ਼ ਸਮਝਿਓ ਬੁੱਕ ਦੇ ਵਿੱਚ ਇੱਕ ਲਾਈਨ ਨੇ ਸਿਰਫ ਇਸ ਆਰਟੀਕਲ ਚ ਔਖਾ ਕਰਨਾ ਕਿ ਵੀ ਅਸੀਂ ਨੈਟ ਰਿਸਟੋਰਿੰਗ ਫੋਰਸ ਕੱਢਣੀ ਇਹਦੇ ਅੰਦਰ ਕਹਿੰਦਾ ਵੀ ਨੈਟ ਕਿਉਂ ਕੱਢਣ ਦੀ ਲੋੜ ਪੈਣੀ ਆ ਉਹਦਾ ਕਾਰਨ ਇਹ ਹੋਏਗਾ ਕਿ ਜਿਹੜੀ F1 ਰਿਸਟੋਰਿੰਗ ਫੋਰਸ ਆ ਇਹ ਬਾਡੀ ਨੂੰ SHM ਨਹੀਂ ਦਿੰਦੀ ਇਹਦੇ ਕਰਕੇ ਮੇਰੇ ਕੋਲ ਬਾਡੀ ਜਿਹੜੀ ਇਕੁਇਲਿਬਰੀਅਮ ਦੀ ਕੰਡੀਸ਼ਨ ਚ ਰਹੀ ਆ। ਜਿਹੜੀ F2 ਰਿਸਟੋਰਿੰਗ ਫੋਰਸ ਆ ਉਹ L plus Y ਲੈਂਥ ਤੋਂ ਬਣੀ ਆ ਪਰ L plus Y ਲੈਂਥ ਦੇ ਵਿੱਚੋਂ L ਲੈਂਥ ਤੇ ਬਾਡੀ ਨੂੰ ਇਕੁਇਲਿਬਰੀਅਮ ਚ ਰੱਖਦੀ ਆ। ਇਹਦਾ ਮਤਲਬ ਜਿਹੜੀ ਐਡੀਸ਼ਨਲ ਮੇਰੇ ਕੋਲ Y ਲੈਂਥ ਦੇ ਕਰਕੇ ਰਿਸਟੋਰਿੰਗ ਫੋਰਸ ਬਣਨੀ ਆ ਉਹਨੇ ਹੀ ਬਾਡੀ ਨੂੰ SHM ਦੇਣੀ ਆ। Yes, sir. Yes, sir. ਜਦੋਂ ਕੰਡੀਸ਼ਨ ਲਿਖਾਂਗੇ ਜੇ ਮੈਂ ਇੱਥੇ F2 ਦੀ ਕੰਡੀਸ਼ਨ ਲਿਖਾਂ ਤੇ F2 ਤੇ ਮੇਰਾ ਇੰਨਾ ਲਿਖ ਹੋ ਜਾਏਗਾ ਠੀਕ ਹੈ। ਅਸੀਂ ਕਹਿੰਦੇ ਜੀ F2 equal to minus K into ਜਿੱਥੇ L ਸੀਗਾ ਉੱਥੇ L plus Y ਆ ਗਿਆ ਪਰ ਇਹ ਸਾਰੇ ਦੀ ਸਾਰੀ ਰਿਸਟੋਰਿੰਗ ਫੋਰਸ SHM ਨਹੀਂ ਦਿੰਦੀ ਇਹਦੇ ਵਿੱਚੋਂ KL ਵਾਲਾ ਪੋਰਸ਼ਨ ਤੇ ਇਕੁਇਲਿਬਰੀਅਮ ਮੇਨਟੇਨ ਕਰਾਂਦਾ। therefore ਇੱਥੇ ਜੇ ਲਿਖੀਏ therefore net restoring force responsible for SHM is given by ਉਹਨੂੰ F ਨੂੰ ਡਿਫਾਈਨ ਕਰ ਦਵਾਂ ਤੇ F ਦੀ ਵੈਲਿਊ ਮੇਰੇ ਕੋਲ F2 minus F1 ਤੋਂ ਬਣੂ। Yes, sir. ਜੇ ਇੱਥੇ ਵੈਲਿਊ ਲਿਖੀਏ minus K into L plus Y ਦੇ ਵਿੱਚੋਂ ਅਸੀਂ ਮਾਈਨਸ ਕਰਾਣਾ minus KL ਨੂੰ ਠੀਕ ਹੈ ਜੀ ਤੇ ਆਪਣੇ ਕੋਲ ਇਸ ਮੂਮੈਂਟ ਤੇ ਇੱਥੇ ਕੰਡੀਸ਼ਨ ਲੈ ਕੇ ਚੱਲੀਏ ਤੇ therefore F ਦੀ ਵੈਲਿਊ minus KL minus KY plus KL ਆ ਕੈਨਸਲ ਆਊਟ ਕਰਕੇ F ਦੀ ਵੈਲਿਊ minus KY ਆ ਜਾਊ। ਪੁੱਤ ਆ ਸਾਰਿਆਂ ਨੂੰ ਕਲੀਅਰ ਆ ਤੁਸੀਂ ਸੀਰੀਅਸਲੀ ਰਿਸਪੌਂਸ ਕਰਦੇ ਵਿੱਚੋਂ? Yes, ਜੇ sir. ਡਾਊਟ ਹੁੰਦਾ ਤੇ ਬੋਲਿਆ ਕਰੋ ਜੇ ਕਲੀਅਰ ਆ ਤੇ ਤਾਂ ਵੀ ਦੱਸੋ ਫਿਰ ਮੈਨੂੰ ਕਰਾਣਾ ਸੌਖਾ ਲੱਗਦਾ ਵਾ ਕੰਮ। ਕਿ ਆ ਸਟੈਪ ਕਲੀਅਰ ਆ ਸਾਰਿਆਂ ਨੂੰ? Yes, sir. Yes, sir. ਸੱਚ ਇਹਦਾ ਮਤਲਬ ਇੱਥੋਂ ਜੇ ਹੁਣ ਆਪਾਂ ਲੈ ਕੇ ਚੱਲੀਏ ਤੇ ਆਪਣੀ F ਦੀ ਵੈਲਿਊ ਜਿਹੜੀ ਆ ਉਹ Y ਦੇ ਡਾਇਰੈਕਟ ਪ੍ਰਪੋਰਸ਼ਨਲ ਆ ਤੇ ਜਿਹੜੀ ਮੋਸ਼ਨ ਦੇ ਅੰਦਰ ਆਪਣੇ ਕੋਲ ਰਿਸਟੋਰਿੰਗ ਫੋਰਸ ਡਿਸਪਲੇਸਮੈਂਟ ਦੇ ਡਾਇਰੈਕਟ ਪ੍ਰਪੋਰਸ਼ਨਲ ਆਂਦੀ ਹੋਵੇ ਉਸ ਮੋਸ਼ਨ ਨੂੰ ਅਸੀਂ SHM ਮੋਸ਼ਨ ਕਹਿੰਦੇ। Yes. ਇਹਦਾ ਮਤਲਬ ਇਹ ਚੀਜ਼ ਹੋਗੀ ਕਿ ਵੀ ਆਪਣੇ ਕੋਲ ਇਥੋਂ ਰਿਜ਼ਲਟ ਜਿਹੜਾ ਬਣਦਾ ਪਿਆ ਕਿ ਆਪਣਾ ਸਪਰਿੰਗ ਜਦੋਂ ਵਾਈਬ੍ਰੇਟ ਕਰੇਗਾ ਸੀ ਕਹਿੰਦੇ ਉਹਦੀ SHM ਮੋਸ਼ਨ ਹੈਗੀ ਆ ਤੇ ਜੇ ਉਹਦੀ SHM ਮੋਸ਼ਨ ਹੈਗੀ ਆ ਤੇ SHM ਮੋਸ਼ਨ ਦਾ ਟਾਈਮ ਪੀਰੀਅਡ ਕੈਲਕੂਲੇਟ ਕਰੋ ਕੀ ਹੁੰਦਾ ਤੇ ਆਪਣੇ ਕੋਲ ਵੀ ਨੋ ਦੈਟ ਇਥੋਂ ਜੇ ਰਿਜ਼ਲਟ ਦੇ ਦਈਏ ਸੋ ਮੋਸ਼ਨ ਇਜ਼ SHM ਔਰ therefore ਟਾਈਮ ਪੀਰੀਅਡ ਦਾ ਫਾਰਮੂਲਾ ਸਾਡੇ ਕੋਲ ਸੀਗਾ जनरल फॉर्मूला सीगा टाइम पीरियड का 2 पाई into inertia factor 2 पाई into root of inertia factor over spring factor। इस मूवमेंट ते inertia factor लईए ते इस ब्लॉक दे मास ना डिसाइड होएगा ते spring factor साडे कोल जेड़ा ओनु सी k ना डिफाइन कर दे ते k दी वैल्यू सी ऑलरेडी mg/l कैलकुलेट कीती हुई आ ਤੇ ਦੂਜੇ ਪਾਸੇ ਚੱਲਾਂ ਤੇ ਜਿਹੜਾ ਇਨਰਸ਼ੀਆ ਫੈਕਟਰ ਇਸ ਬਲੌਕ ਦੇ ਮਾਸ ਨਾਲ ਡਿਸਾਈਡ ਹੁੰਦਾ ਪਿਆ ਕਿਉਂਕਿ ਲੀਨੀਅਰ ਵਾਈਬ੍ਰੇਸ਼ਨ ਆ ਇਸ ਲਈ ਮਾਸ ਆਏਗਾ ਕੋਈ ਮੂਵਮੈਂਟ ਆਫ ਇਨਰਸ਼ੀਆ ਦਾ ਕਨਸੈਪਟ ਨਹੀਂ ਆਣਾ। ਇੱਥੇ ਜੇ ਵੈਲਿਊ ਪੁੱਟ ਅਪ ਕਰ ਦਈਏ ਤੇ ਆਪਣੇ ਕੋਲ ਟਾਈਮ ਪੀਰੀਅਡ ਦਾ ਫਾਰਮੂਲਾ 2 ਪਾਈ into
ਇਨਰਸ਼ੀਆ ਫੈਕਟਰ ਮਾਸ ਨਾਲ ਤੇ ਸਪਰਿੰਗ ਫੈਕਟਰ ਇੱਥੇ ਜਿਹੜਾ mg/l ਤੋਂ ਆ ਜਾਓ m ਕੈਨਸਲ ਆਊਟ ਕਰ ਲਓ ਤੇ ਟਾਈਮ ਪੀਰੀਅਡ ਦਾ ਫਾਰਮੂਲਾ 2 ਪਾਈ ਇਨਟੂ ਰੂਟ ਆਫ l/g ਆ ਜਾਏਗਾ। क्या आप फॉर्मूला क्लियर है जी? Yes, sir. Yes, ਹਾਂਜੀ sir. sir। ਇਹਦੇ ਨਾਲ ਜਦੋਂ ਸਪਰਿੰਗ ਸਾਡੇ ਕੋਲ ਐਸਾ ਚ ਵਰਟੀਕਲ ਵਾਈਬ੍ਰੇਸ਼ਨ ਡਿਵੈਲਪ ਕਰਦਾ ਤੇ ਉਹਦਾ ਟਾਈਮ ਪੀਰੀਅਡ ਦਾ ਫਾਰਮੂਲਾ ਮੇਰੇ ਕੋਲ ਜਿਹੜਾ ਇਸ ਕੰਡੀਸ਼ਨ ਆਪਾਂ ਕੈਲਕੂਲੇਟ ਕਰਦੇ ਹਾਂ। क्या समय लग गया बेटा? Yes, sir. Yes, sir. चलो इन्ना सारे क्लियर आ।